ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਸਤਕ 1984 ਸਿੱਖ ਕਤਲੇਆਮ ਦਾ ਸੱਚ, ਭਾਗ 10ਵਾਂ। ਲੇਖਕ ਜਰਨੈਲ ਸਿੰਘ, ਪੱਤਰਕਾਰ, ਦਿੱਲੀ। ਆਵਾਜ਼ ਸੰਦੀਪ ਸਿੰਘ ਖਾਲੜਾ। ਗੁਰੂ ਦੀ ਗੋਲਕ ਵਿੱਚ ਖਿਆਨਤ। ਗੁਰਦੁਆਰੇ ਵਿੱਚੋਂ ਅੱਗ ਦੀਆਂ ਲਪਟਾਂ ਅਜੇ ਵੀ ਨਿਕਲ ਰਹੀਆਂ ਸੀ। ਸਿੱਖਾਂ ਦੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਬੇਅਦਬੀ ਕੀਤੀ ਗਈ ਸੀ। ਜਿਸ ਗੁਰਦੁਆਰੇ ਤੋਂ ਰੋਜ਼ਾਨਾ ਕਥਾ ਕੀਰਤਨ ਰਾਹੀਂ ਗੁਰੂ ਸਾਹਿਬਾਨ ਦਾ ਮਨੁੱਖਤਾ ਦਾ ਉਪਦੇਸ਼ ਸੁਣਾਇਆ ਜਾਂਦਾ ਸੀ, ਉਹ ਇਨਸਾਨੀਅਤ ਨੂੰ ਸ਼ਰਮਿੰਦਾ ਕਰਨ ਵਾਲੇ ਦਰਿੰਦਿਆਂ ਦੀ ਦਰਿੰਦਗੀ ਦਾ ਗਵਾਹ ਬਣਿਆ ਹੋਇਆ ਸੀ। ਗੁਰਦੁਆਰੇ ਦੀ ਗੋਲਕ ਵੀ ਸਾੜੀ ਜਾ ਚੁੱਕੀ ਸੀ। ਰੁਪਏ ਤਾਂ ਸੜ ਕੇ ਸੁਆਹ ਹੋ ਗਏ ਸੀ ਤੇ ਸਿੱਕੇ ਵੀ ਅੱਗ ਦੀ ਤਪਸ਼ ਨਾਲ ਗਲ ਗਏ ਸੀ। ਤਦੇ ਚਰਨਜੀਤ ਕੌਰ ਦੀ ਨਜ਼ਰ ਕੁਝ ਐਸੇ ਸਿੱਕਿਆਂ ਤੇ ਪਈ ਜੋ ਇਸ ਅੱਗ ਦੇ ਬਾਵਜੂਦ ਪੂਰੀ ਤਰ੍ਹਾਂ ਗਲੇ ਨਹੀਂ ਸੀ ਤੇ ਬਾਜ਼ਾਰ ਵਿੱਚ ਚੱਲ ਸਕਦੇ ਸੀ। ਉਸ ਨੇ ਚੁੱਪ ਚਪੀਤੇ ਇਹਨਾਂ ਸਿੱਕਿਆਂ ਨੂੰ ਇਕੱਠਿਆਂ ਕਰਨਾ ਸ਼ੁਰੂ ਕਰ ਦਿੱਤਾ। ਅੰਤਰ ਆਤਮਾ ਦੁਤਕਾਰ ਰਹੀ ਸੀ, ਪਰ ਸ਼ਰਧਾ ਉੱਤੇ ਮਮਤਾ ਭਾਰੀ ਪੈ ਰਹੀ ਸੀ। ਗੁਰੂ ਦੀ ਅਮਾਨਤ ਵਿੱਚ ਖਿਆਨਤ ਤੋਂ ਵੱਧ ਉਹਨਾਂ ਅਬੋਧ ਬੱਚਿਆਂ ਨੂੰ ਬਚਾਉਣ ਦੀ ਮਜਬੂਰੀ ਸੀ, ਜਿਨ੍ਹਾਂ ਦੇ ਪਿਓ ਨੂੰ ਦੰਗਾਈਆਂ ਨੇ ਜਿਉਂਦਾ ਸਾੜ ਦਿੱਤਾ ਸੀ। ਮੈਂ ਸੱਚ ਕਹਿੰਦੀ ਹਾਂ, ਮੈਂ ਗੁਰੂ ਦੀ ਗੋਲਕ ਵਿੱਚੋਂ ਪੈਸੇ ਕੱਢੇ, ਪਰ ਕੀ ਕਰਦੀ, ਮਜਬੂਰੀ ਸੀ। 1 ਸਾਲ ਦੇ ਪੁੱਤਰ ਅਤੇ 2 ਤੇ 3.5 ਸਾਲ ਦੀਆਂ ਧੀਆਂ ਲਈ ਦੁੱਧ ਖਰੀਦਣਾ ਸੀ। ਜੇਕਰ ਨਾ ਚੁੱਕਦੀ ਤਾਂ ਰੋ ਰੋ ਕੇ ਬੇਹਾਲ ਹੋਏ ਬੱਚਿਆਂ ਲਈ ਦੁੱਧ ਕਿੱਥੋਂ ਲਿਆਉਂਦੀ। ਇਹ ਕਹਿੰਦਿਆਂ ਹੀ ਚਰਨਜੀਤ ਕੌਰ ਦੇ ਹੰਝੂ ਵਹਿਣ ਲੱਗ ਪੈਂਦੇ ਹਨ। ਉਹ ਮਜਬੂਰ ਹਾਲਤ ਵਿੱਚ ਵੀ ਗੁਰੂ ਦੀ ਗੋਲਕ ਨੂੰ ਹੱਥ ਪਾਉਣਾ ਉਸ ਨੂੰ ਅੱਜ ਵੀ ਖਟਕਦਾ ਹੈ। ਜਮੁਨਾ ਪਾਰ ਦੇ ਪੂਰਬੀ ਵਿਨੋਦ ਨਗਰ ਵਿੱਚ ਰਹਿ ਰਹੀ ਚਰਨਜੀਤ ਕੌਰ ਦੇ ਪਤੀ ਚਰਨਜੀਤ ਸਿੰਘ ਅਖੰਡ ਪਾਠ ਦੀਆਂ ਡਿਊਟੀਆਂ ਕਰਦੇ ਤੇ ਕਿਧਰੇ ਹੋਰ ਕੰਮ ਕਰਕੇ ਪਰਿਵਾਰ ਦਾ ਪੇਟ ਪਾਲ ਰਹੇ ਸੀ। ਤਦੇ ਉਹ ਮਨਹੂਸ ਘੜੀ ਆਈ ਜਦੋਂ ਇਹ ਸ਼ੋਰ ਪੈਣ ਲੱਗਾ ਕਿ ਇੰਦਰਾ ਮਾਰੀ ਗਈ ਹੈ। ਪਿੰਡ ਤੋਂ ਵਿਆਹ ਕੇ ਦਿੱਲੀ ਆਈ ਚਰਨਜੀਤ ਕੌਰ ਨੂੰ ਆਪਣੇ ਪਰਿਵਾਰ ਤੋਂ ਇਲਾਵਾ ਦੀਨ ਦੁਨੀਆ ਦੀ ਕੋਈ ਖਬਰ ਨਹੀਂ ਸੀ। ਕਹਿੰਦੀ ਹੈ, ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇੰਦਰਾ ਕੌਣ ਹੈ। ਨਾ ਕਦੇ ਅਖਬਾਰ ਪੜ੍ਹੀ ਸੀ, ਨਾ ਟੀਵੀ ਵੇਖਿਆ ਸੀ ਤੇ ਨਾ ਹੀ ਘਰ ਦੇ ਬਾਹਰ ਪੈਰ ਰੱਖਿਆ ਸੀ। ਸਰਦਾਰ ਜੀ ਤੋਂ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਸੀ। ਸ਼ਾਮ ਹੁੰਦੇ ਹੁੰਦੇ ਬਾਹਰ ਅਵਾਰਾ ਕਿਸਮ ਦੇ ਲੋਕ ਇਸ ਤਰ੍ਹਾਂ ਉਤਪਾਤ ਮਚਾਉਣ ਲੱਗੇ ਜਿਵੇਂ ਉਹਨਾਂ ਦਾ ਹੀ ਰਾਜ ਹੋ ਗਿਆ ਹੋਵੇ। ਇਹਨਾਂ ਵਿੱਚੋਂ ਜ਼ਿਆਦਾਤਰ ਨੇੜੇ ਦੀ ਬਸਤੀ ਦੇ ਸੀ। ਇਹਨਾਂ ਨੇ ਹੁਣ ਸਿੱਖਾਂ ਦੇ ਘਰਾਂ ਤੋਂ ਟੀਵੀ, ਫਰਿੱਜ ਤੇ ਹੋਰ ਕੀਮਤੀ ਸਮਾਨ ਲੁੱਟਣਾ ਸ਼ੁਰੂ ਕਰ ਦਿੱਤਾ। 3-4 ਸਾਡੇ ਵੱਲ ਆਏ ਤਾਂ ਸਰਦਾਰ ਜੀ ਨੇ ਕਿਰਪਾਨ ਲੈ ਕੇ ਉਹਨਾਂ ਨੂੰ ਭਜਾ ਦਿੱਤਾ। ਚਰਨਜੀਤ ਨੂੰ ਹੁਣ ਘਬਰਾਹਟ ਹੋਣ ਲੱਗ ਪਈ ਸੀ। ਇਸੇ ਘਬਰਾਹਟ ਵਿੱਚ ਪੇਟ ਵਿੱਚ ਮਰੋੜ ਪੈਣ ਲੱਗੇ। ਹਲਕੀ ਹਲਕੀ ਆਵਾਜ਼ਾਂ ਆ ਰਹੀਆਂ ਸੀ, ਇਹਨਾਂ ਨੂੰ ਜਿੰਦਾ ਸਾੜ ਦਿਓ, ਸਰਦਾਰਾਂ ਨੂੰ ਜਿੰਦਾ ਨਾ ਛੱਡੋ। ਉਸ ਨੇ ਘਬਰਾ ਕੇ ਸਰਦਾਰ ਜੀ ਨੂੰ ਕਿਹਾ, ਚਲੋ ਜੀ, ਇੱਥੋਂ ਕਿਧਰੇ ਹੋਰ ਚੱਲਦੇ ਹਾਂ। ਪਰ ਉਹਨਾਂ ਨੇ ਜ਼ੋਰ ਦੀ ਝਿੜਕ ਮਾਰੀ, ਬਲਕਿ ਕੁਝ ਕੋੜੇ ਸ਼ਬਦ ਵੀ ਕਹੇ। ਕਹਿਣ ਲੱਗੇ, ਕਿਵੇਂ ਕਿਸੇ ਨੂੰ ਮਾਰ ਦੇਣਗੇ? ਕੋਈ ਪੁਲਿਸ ਕਾਨੂੰਨ ਨਾਂ ਦੀ ਚੀਜ਼ ਹੈ ਜਾਂ ਨਹੀਂ? ਇੱਕ ਮਾਮਲੇ ਦੀ ਮਿਸਾਲ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਫਲਾਣੇ ਆਦਮੀ ਦੀ ਬਾਂਹ ਟੁੱਟ ਗਈ ਸੀ ਤੇ ਜਿਸ ਦੇ ਕਰਕੇ ਟੁੱਟੀ ਉਹ ਅੱਜ ਤੱਕ ਅਦਾਲਤ ਦੇ ਚੱਕਰ ਕੱਟ ਰਿਹਾ ਹੈ। ਐਵੇਂ ਹੀ ਕਿਸੇ ਨੂੰ ਕੀ ਮਾਰ ਦੇਣਗੇ? ਚਰਨਜੀਤ ਕੌਰ ਦੱਸਦੀ ਹੈ, ਅਸੀਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਸੌਂ ਗਏ, ਪਰ ਨੀਂਦ ਨਹੀਂ ਆ ਰਹੀ ਸੀ। ਸਵੇਰੇ ਛੇਤੀ ਹੀ ਉੱਠ ਗਏ, ਵੇਖਿਆ ਤਾਂ ਚਾਰੇ ਪਾਸੇ ਸ਼ਾਂਤੀ ਹੈ। 1 ਸਾਲ ਦੇ ਪੁੱਤਰ ਲਾਡੀ ਨੂੰ ਨੁਹਾ ਹੀ ਰਹੀ ਸੀ ਕਿ ਪਤਾ ਨਹੀਂ ਕਿੱਧਰੋਂ ਭੀੜ ਦੀ ਭੀੜ ਹੀ ਉਮੜ ਕੇ ਆ ਗਈ। ਹੁਣ ਬਾਹਰ ਸਿਰ ਹੀ ਸਿਰ ਨਜ਼ਰ ਆ ਰਹੇ ਸੀ। ਭੀੜ ਦੇ ਨਾਲ ਦੀ ਮਿੱਟੀ ਦੇ ਤੇਲ ਦੀ ਦੁਕਾਨ ਤੋਂ ਤੇਲ ਲਿਆ ਕੇ ਬੋਰੀਆਂ ਗਿੱਲੀਆਂ ਕਰਕੇ ਅੱਗ ਲਾ ਕੇ ਘਰ ਵਿੱਚ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।
ਘਰ ਵਿੱਚ ਅੱਗ ਲੱਗੇਗੀ ਤਾਂ ਕਿੱਥੇ ਜਾਵਾਂਗੇ, ਬਾਹਰ ਹੀ ਜਾਵਾਂਗੇ। ਇੱਕ ਨੌਜਵਾਨ ਸਿੱਖ ਮੁੰਡਾ ਜੋ ਕਾਨਪੁਰ ਤੋਂ ਆਇਆ ਹੋਇਆ ਸੀ, ਉਹ ਦੀਵਾਰ ਟੱਪ ਕੇ ਨਾਲ ਦੇ ਬਿਹਾਰੀਆਂ ਦੇ ਘਰ ਚਲਾ ਗਿਆ। ਸਰਦਾਰ ਜੀ ਨੇ ਵੀ ਉਸ ਵਾਂਗ ਦੀਵਾਰ ਟੱਪਣ ਦੀ ਕੋਸ਼ਿਸ਼ ਕੀਤੀ, ਪਰ ਭੀੜ ਵੱਲੋਂ ਸੁੱਟੀ ਇੱਕ ਇੱਟ ਸਿੱਧਾ ਉਹਨਾਂ ਦੇ ਸਿਰ ਤੇ ਆ ਵੱਜੀ ਤੇ ਇਹ ਡਿੱਗ ਗਏ। ਸਿਰ ਤੋਂ ਖੂਨ ਵਗਣਾ ਸ਼ੁਰੂ ਹੋ ਗਿਆ। ਮੈਂ ਆਪਣੀ ਚੁੰਨੀ ਇਹਨਾਂ ਦੇ ਸਿਰ ਤੇ ਬੱਧੀ ਤੇ ਅੰਦਰ ਲੈ ਗਈ। 1 ਸਾਲ ਦਾ ਪੁੱਤਰ ਲਾਡੀ ਇੰਨਾ ਸਹਿਮ ਗਿਆ ਸੀ ਕਿ ਵਿਚਾਰੇ ਦੇ ਮੂੰਹ ਤੋਂ ਆਵਾਜ਼ ਨਿਕਲਣੀ ਹੀ ਬੰਦ ਹੋ ਗਈ ਸੀ। ਭੀੜ ਸਰਦਾਰ ਜੀ ਨੂੰ ਬਾਹਰ ਕੱਢਣ ਲਈ ਦਰਵਾਜ਼ਾ ਖੜਕਾਈ ਜਾ ਰਹੀ ਸੀ। ਹੁਣ ਚਰਨਜੀਤ ਨੇ ਬੱਚਿਆਂ ਨੂੰ ਅੱਗੇ ਕਰ ਦਿੱਤਾ ਤੇ ਖਿੜਕੀ ਤੇ ਖਲੋ ਕੇ ਦਇਆ ਦੀ ਭੀਖ ਮੰਗੀ, ਪਰ ਕੋਈ ਅਸਰ ਨਹੀਂ ਹੋਇਆ। ਉਹਨਾਂ ਨੂੰ 3 ਛੋਟੇ-ਛੋਟੇ ਬੱਚਿਆਂ ਉੱਤੇ ਕੋਈ ਤਰਸ ਨਹੀਂ ਆ ਰਿਹਾ ਸੀ। ਉਸਨੇ ਦਰਵਾਜ਼ਾ ਨਹੀਂ ਖੋਲ੍ਹਿਆ। ਹੁਣ ਉਹਨਾਂ ਨੇ ਦੂਜਾ ਤਰੀਕਾ ਅਪਣਾਇਆ ਅਤੇ ਪਿਆਰ ਨਾਲ ਕਹਿਣ ਲੱਗੇ, ਤੁਸੀਂ ਲੋਕ ਇੱਥੋਂ ਪੰਜਾਬ ਚਲੇ ਜਾਓ, ਅਸੀਂ ਕੁਝ ਨਹੀਂ ਕਹਾਂਗੇ। ਚਰਨਜੀਤ ਕੌਰ ਦੱਸਦੀ ਹੈ ਕਿ ਮੈਂ ਉਹਨਾਂ ਨੂੰ ਰੱਬ ਦਾ ਵਾਸਤਾ ਪਾ ਕੇ ਪੁੱਛਿਆ ਕਿ ਬਾਹਰ ਆਵਾਂਗੇ ਤਾਂ ਕੁਝ ਕਹੋਗੇ ਤਾਂ ਨਹੀਂ? ਬੋਲੇ, ਕੁਝ ਨਹੀਂ ਕਹਾਂਗੇ, ਬਸ ਪੰਜਾਬ ਚਲੇ ਜਾਓ। ਮੈਨੂੰ ਨਹੀਂ ਪਤਾ ਸੀ ਕਿ ਉਹ ਸਾਡੀ ਛੱਤ ਤੇ ਵੀ ਚੜ੍ਹ ਚੁੱਕੇ ਹਨ। ਕੋਈ ਚਾਰਾ ਨਾ ਬਣਦਾ ਵੇਖ ਜ਼ਖਮੀ ਸਰਦਾਰ ਜੀ ਨੂੰ ਬਾਹਰ ਲਿਆਉਣ ਲੱਗੀ ਤਾਂ ਛੱਤ ਤੋਂ ਹੀ ਇੱਕ ਨੇ ਛਾਲ ਮਾਰੀ ਤੇ ਟੋਕੇ ਦਾ ਸਿੱਧਾ ਵਾਰ ਸਰਦਾਰ ਜੀ ਉੱਤੇ ਕਰ ਦਿੱਤਾ। ਖੂਨ ਦਾ ਫੁਹਾਰਾ ਵਗਣ ਲੱਗ ਪਿਆ। ਮੈਂ ਇਹਨਾਂ ਦੇ ਸਿਰ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਮਿੰਨਤਾਂ ਕਰਨ ਲੱਗੀ, ਪਰ ਉਹਨਾਂ ਦੇ ਸਿਰ ਤੇ ਤਾਂ ਖੂਨ ਸਵਾਰ ਸੀ। ਬੱਲੀਆਂ ਸਰੀਏ ਮਾਰ-ਮਾਰ ਕੇ ਨਿਢਾਲ ਕਰ ਦਿੱਤਾ। ਇਹ ਸਰੀਏ ਮੇਰੇ ਵੀ ਲੱਗੇ ਤੇ ਅੱਜ ਤੱਕ ਰੋਟੀਆਂ ਪਕਾਉਂਦੇ ਹੋਏ ਹੱਥ ਵਿੱਚ ਦਰਦ ਰਹਿੰਦਾ ਹੈ। ਘਰ ਵਿੱਚ ਅੱਗ ਲਾ ਦਿੱਤੀ ਗਈ ਤੇ ਮੈਂ ਨਿਢਾਲ ਤੇ ਬੁਰੀ ਤਰ੍ਹਾਂ ਜ਼ਖਮੀ ਸਰਦਾਰ ਜੀ ਨੂੰ ਲੈ ਕੇ ਸੜਕ ਤੇ ਆ ਗਈ। ਕੀ ਕਰਦੀ, ਘਰ ਵਿੱਚ ਅੱਗ ਜੋ ਲਾ ਦਿੱਤੀ ਸੀ। ਬਹੁਤ ਮਿੰਨਤਾਂ ਕੀਤੀਆਂ, ਪਰ ਕੋਈ ਵੀ ਹੱਥ ਮਦਦ ਲਈ ਨਹੀਂ ਆ ਰਿਹਾ ਸੀ। ਇਹ ਸਵੇਰ ਤੋਂ ਸ਼ੁਰੂ ਹੋਇਆ ਸੀ ਤੇ ਸ਼ਾਮ ਤੱਕ ਮੈਂ ਜ਼ਖਮੀ ਸਰਦਾਰ ਜੀ ਦੇ ਨਾਲ ਹੀ ਸੀ। ਉਹਨਾਂ ਨੂੰ ਡਾਕਟਰ ਕੋਲ ਜਾਂ ਹਸਪਤਾਲ ਲਿਜਾਉਣ ਦਾ ਕੋਈ ਜ਼ਰੀਆ ਨਹੀਂ ਸੀ। ਭੀੜ ਨੇ ਘੇਰਾ ਪਾਇਆ ਹੋਇਆ ਸੀ ਤੇ ਤਮਾਸ਼ਾ ਵੇਖ ਰਹੀ ਸੀ। ਮੈਂ ਚੁੰਨੀ ਫਾੜ-ਫਾੜ ਕੇ ਬੰਨ੍ਹਦੀ ਜਾ ਰਹੀ ਸੀ। ਜਦੋਂ ਦੰਗਾਈਆਂ ਨੂੰ ਲੱਗਾ ਕਿ ਸਰਦਾਰ ਜੀ ਹੁਣ ਨਹੀਂ ਬਚਣਗੇ ਤਾਂ ਉਹ ਕੁਝ ਪਿੱਛੇ ਹੋ ਗਏ, ਪਰ ਥੋੜੀ ਦੇਰ ਬਾਅਦ ਹੀ ਤੇਜ਼ੀ ਨਾਲ ਅੱਗ ਫੜਨ ਵਾਲੇ ਚਿੱਟੇ ਪਾਊਡਰ ਦੇ ਨਾਲ ਲੈਸ ਹੋ ਕੇ ਵਾਪਸ ਆ ਗਏ। ਇਹਨਾਂ ਨੇ ਆਉਂਦਿਆਂ ਹੀ ਸਰਦਾਰ ਜੀ ਤੇ ਮੇਰੇ ਉੱਤੇ ਮਿੱਟੀ ਦਾ ਤੇਲ ਤੇ ਪਾਊਡਰ ਛਿੜਕ ਦਿੱਤਾ। ਇੱਕ ਨੇ ਕਿਹਾ, ਇਹ ਸਾਰੀ ਸਵੇਰ ਤੋਂ ਇਸ ਨੂੰ ਨਹੀਂ ਛੱਡ ਰਹੀ ਹੈ, ਦੋਵਾਂ ਨੂੰ ਹੀ ਸਾੜ ਦੇਵੋ। ਉਹ ਮਾਚਿਸ ਦੀ ਤੀਲੀ ਬਾਲਣ ਹੀ ਲੱਗਾ ਸੀ ਕਿ ਗੁਆਂਢੀਆਂ ਦੇ ਘਰ ਵਿੱਚੋਂ ਕਿਸੇ ਨੇ ਹੱਥ ਰੋਕ ਦਿੱਤਾ ਅਤੇ ਕਿਹਾ ਕਿ ਔਰਤਾਂ ਤੇ ਬੱਚਿਆਂ ਨੂੰ ਨਹੀਂ ਕਹਿਣ ਦੇਵਾਂਗੇ। ਇਸ ਦਾ ਮਤਲਬ ਸਾਫ਼ ਸੀ ਕਿ ਸਰਦਾਰ ਜੀ ਨੂੰ ਭਲੇ ਹੀ ਮਾਰ ਦੇਵੋ। ਪਤਾ ਨਹੀਂ ਉਹਨਾਂ ਨੇ ਠੀਕ ਕੀਤਾ ਸੀ ਜਾਂ ਗਲਤ। ਕਦੇ ਸੋਚਦੀ ਹਾਂ ਕਿ ਸ਼ਾਇਦ ਭੀੜ ਤੋਂ ਮੇਰੀ ਇੱਜ਼ਤ ਬਚਾ ਕੇ ਠੀਕ ਹੀ ਕੀਤਾ, ਪਰ ਕਦੇ ਸੋਚਦੀ ਹਾਂ ਕਿ ਜੇਕਰ ਭੀੜ ਇਹਨਾਂ ਦੀ ਸੁਣ ਰਹੀ ਸੀ ਤਾਂ ਸਰਦਾਰ ਜੀ ਨੂੰ ਵੀ ਬਚਾ ਲੈਂਦੇ। ਮੈਂ ਨਹੀਂ ਜਾਣਦੀ ਕਿ ਕਦੋਂ ਮੈਨੂੰ ਉੱਥੋਂ ਘਸੀਟ ਕੇ ਲੈ ਗਏ ਤੇ ਸਰਦਾਰ ਜੀ ਨੇ ਕਿਸ ਤਰ੍ਹਾਂ ਸਿਸਕ ਕੇ ਦਮ ਤੋੜਿਆ ਹੋਵੇਗਾ। ਜ਼ਖਮਾਂ ਦਾ ਦਰਦ ਤਾਂ ਸ਼ਾਇਦ ਉਹ ਝੱਲ ਜਾਂਦੇ, ਪਰ ਦੰਗਾਈਆਂ ਨੇ ਉਹਨਾਂ ਤੇ ਮਿੱਟੀ ਦਾ ਤੇਲ ਤੇ ਚਿੱਟਾ ਪਾਊਡਰ ਪਾ ਦਿੱਤਾ ਸੀ। ਜਿੰਦਾ ਹੀ ਸਾੜ ਦਿੱਤਾ ਹੋਵੇਗਾ। ਇਹ ਕਹਿ ਕੇ ਉਹ ਫਿਰ ਸਿਸਕਣ ਲੱਗ ਪੈਂਦੀ ਹੈ। ਚਰਨਜੀਤ ਦੇ ਕੱਪੜੇ ਵੀ ਮਿੱਟੀ ਦੇ ਤੇਲ ਨਾਲ ਭਰੇ ਹੋਏ ਸੀ ਤੇ ਉਸ ਦੇ 3 ਦਿਨਾਂ ਤੱਕ ਉਹੀ ਬਦਬੂਦਾਰ ਕੱਪੜੇ ਪਾਈ ਰੱਖੇ। ਹਾਲਾਂਕਿ ਇਸੇ ਦੌਰਾਨ ਉਸਨੇ ਇੱਕ ਸਿੱਖ ਬੱਚੇ ਨੂੰ ਵੀ ਬਚਾਇਆ। ਜਿਸ ਗੁਆਂਢੀ ਰਿਸ਼ਤੇਦਾਰ ਦੇ ਉਹ ਘਰ ਸੀ, ਉੱਥੇ ਉਸਨੇ ਉਸ ਬੱਚੇ ਨੂੰ ਇੱਕ ਪੇਟੀ ਵਿੱਚ ਬੰਦ ਕਰ ਦਿੱਤਾ ਤੇ ਥੋੜੀ ਦੇਰ ਬਾਅਦ ਉਹ ਉਸ ਪੇਟੀ ਨੂੰ ਉਹਦੇ ਵਿੱਚ ਹੀ
ਖਾਣ ਪੀਣ ਨੂੰ ਕੁਝ ਦਿੰਦੀ ਰਹੀ। ਜਦੋਂ ਭੀੜ ਆਉਂਦੀ ਤਾਂ ਪੇਟੀ ਬੰਦ ਕਰ ਦਿੰਦੀ, ਨਹੀਂ ਤਾਂ ਸਾਹ ਲੈਣ ਲਈ ਵਿਚਕਾਰ ਖੋਲ ਦਿੰਦੀ। ਚਰਨਜੀਤ ਕੌਰ ਨੇ ਦੱਸਿਆ ਕਿ ਉਹ ਅੱਜ ਵੀ ਜਦੋਂ ਮਿਲਦਾ ਹੈ ਤਾਂ ਕਹਿੰਦਾ ਹੈ, ਮਾਮੀ ਤੂੰ ਮੈਨੂੰ ਬਚਾ ਲਿਆ ਸੀ। ਪਰ ਉਹ ਅਜਿਹੀ ਅਸਹਾਏ ਸਥਿਤੀ ਸੀ ਜਦੋਂ ਇਸੇ ਘਰ ਵਿੱਚ ਨਨਾਣ ਦੇ ਪੋਤੇ ਨੂੰ ਦੰਗਾਈ ਲੈ ਗਏ ਤਾਂ ਵਿਚਾਰੀ ਉਸ ਨੂੰ ਬਚਾਉਣ ਲਈ ਅੱਗੇ ਜਾਣ ਦੀ ਹਿੰਮਤ ਤੱਕ ਨਾ ਜੁਟਾ ਪਾਈ। ਉਸ ਵਕਤ ਮੈਂ ਸਰਦਾਰ ਜੀ ਦੀ ਜਾਨ ਬਚਾਉਣ ਲਈ ਜੂਝ ਰਹੀ ਸੀ, ਇਸ ਲਈ ਨੇੜੇ ਤੇੜੇ ਕੀ ਹੋ ਰਿਹਾ ਹੈ ਇਸ ਉੱਤੇ ਕੋਈ ਧਿਆਨ ਹੀ ਨਹੀਂ ਸੀ। ਪਰ ਹੁਣ ਯਾਦ ਆਉਂਦਾ ਹੈ ਕਿ ਕਿਵੇਂ ਗਲੀ ਵਿੱਚ ਹੀ ਭੀੜ ਨੇ ਇੱਕ ਪੁਰਾਣੇ ਰਿਕਸ਼ੇ ਨੂੰ ਅੱਗ ਲਾਈ ਤੇ ਇਸ ਤੋਂ ਬਾਅਦ ਕਈ ਸਿੱਖਾਂ ਨੂੰ ਜਿੰਦਾ ਹੀ ਇਸ ਵਿੱਚ ਸੁੱਟਦੇ ਹੀ ਗਏ, ਜਿਵੇਂ ਇਨਸਾਨ ਨਾ ਹੋ ਕੇ ਮੁਰਗੇ ਭੁੰਨੇ ਜਾ ਰਹੇ ਹੋਣ ਤੇ ਉਹ ਵੀ ਜਿੰਦਾ। ਉਹ ਦ੍ਰਿਸ਼ ਅੱਜ ਵੀ ਚੇਤੇ ਆਉਂਦਾ ਹੈ ਤਾਂ ਲੂ ਕੰਢੇ ਖੜੇ ਹੋ ਜਾਂਦੇ ਹਨ। ਕਤਲੇ ਆਮ ਦੇ 2 ਸਾਲ ਬਾਅਦ ਤੱਕ ਕਦੇ ਗੁਰਦੁਆਰੇ ਵਿੱਚ ਲੰਗਰ ਖਾ ਕੇ ਤੇ ਕਦੇ ਕਿਸੇ ਕੋਲੋਂ ਉਧਾਰ ਮੰਗ ਕੇ ਜ਼ਿੰਦਗੀ ਚਲਾਉਂਦੀ ਰਹੀ। 1986 ਵਿੱਚ ਕੁਆਟਰ ਮਿਲਿਆ, ਪਰ 12 ਸਾਲਾਂ ਤੱਕ ਇੱਥੇ ਪਾਣੀ ਨਹੀਂ ਆਇਆ। ਟੈਂਕਰਾਂ ਤੋਂ ਪਾਣੀ ਭਰ ਭਰ ਕੇ ਕਮਰ ਦੋਹਰੀ ਹੋ ਗਈ। ਬੱਚੇ ਛੋਟੇ ਸੀ, ਇਸ ਲਈ ਕਾਫੀ ਸਮੇਂ ਤੱਕ ਬੱਚਿਆਂ ਨੂੰ ਨਹੀਂ ਦੱਸਿਆ ਕਿ ਉਹਨਾਂ ਦੇ ਪਿਤਾ ਇਸ ਦੁਨੀਆ ਦੇ ਵਿੱਚ ਨਹੀਂ ਨੇ। ਇਹੀ ਕਹਿੰਦੀ ਕਿ ਉਹ ਵਿਦੇਸ਼ ਗਏ ਹੋਏ ਨੇ। ਪਰ ਜਦੋਂ ਥੋੜੇ ਵੱਡੇ ਹੋਏ ਤੇ ਖੁਦ ਸਮਝ ਆਉਣ ਲੱਗੀ ਤਾਂ ਦੱਸ ਦਿੱਤਾ ਕਿ ਤੁਹਾਡੇ ਪਿਓ ਨਾਲ ਇਸ ਤਰ੍ਹਾਂ ਹੋਇਆ ਸੀ। ਜ਼ਿੰਦਗੀ ਦੇ ਜ਼ਖਮ ਅਜਿਹੇ ਨੇ ਜਿਹੜੇ ਕਦੇ ਭਰੇ ਨਹੀਂ ਜਾ ਸਕਦੇ। ਜਿਹੜੇ ਲੋਕ ਕਹਿੰਦੇ ਨੇ ਕਿ ਜ਼ਖਮ ਭੁੱਲ ਜਾਓ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। 1986 ਵਿੱਚ ਦਿੱਤੇ ਹੋਏ ਕੁਆਟਰਾਂ ਦੇ ਲਈ ਹੁਣ ਨੋਟਿਸ ਆਉਂਦੇ ਹਨ, ਪੈਸੇ ਮੰਗ ਰਹੇ ਨੇ, ਕਿੱਥੋਂ ਲਿਆਈਏ? ਮੈਨੂੰ ਤਾਂ ਉਸ ਦਿਨ ਮਜਬੂਰੀ ਵਿੱਚ ਬੱਚਿਆਂ ਦੇ ਦੁੱਧ ਲਈ ਗੁਰੂ ਦੀ ਗੋਲਕ ਤੋਂ ਚੁੱਕੇ ਹੋਏ ਕੁਝ ਸਿੱਕਿਆਂ ਲਈ ਵੀ ਹੁਣ ਤੱਕ ਸ਼ਰਮ ਆਉਂਦੀ ਹੈ। ਪਰ ਇਹਨਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ? ਵੈਂਕੀ ਤੋਂ ਤਿਹਾੜ ਤੱਕ ਉਹ 18 ਅਕਤੂਬਰ 1988 ਦਾ ਦਿਨ ਸੀ। ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕਾਫੀ ਗਹਿਮਾ ਗਹਿਮੀ ਸੀ। ਖਾਸ ਸੈੱਲ ਵਿੱਚ ਬੰਦ ਨਿਰਪ੍ਰੀਤ ਕੌਰ ਲੇਟੀ ਹੋਈ ਸੀ। ਤਦੇ ਮਮਤਾ ਭਰੀ ਆਵਾਜ਼ ਆਈ, ਬੇਬੀ ਸੋ ਰਹੀ ਹੈ ਕਿ? ਨਿਰਪ੍ਰੀਤ ਹੜਬੜਾ ਕੇ ਉੱਠ ਗਈ। ਕਈ ਸਾਲਾਂ ਬਾਅਦ ਮਮਤਾ ਭਰੀ ਇਹ ਆਵਾਜ਼ ਸੁਣਾਈ ਦਿੱਤੀ ਸੀ। ਸਾਹਮਣੇ ਮਾਂ ਸੰਪੂਰਨ ਕੌਰ ਖੜੀ ਸੀ, ਜੋ 2 ਸਾਲਾਂ ਤੋਂ ਇਸ ਜੇਲ੍ਹ ਵਿੱਚ ਅਤਵਾਦੀਆਂ ਨੂੰ ਪਨਾਹ ਦੇਣ ਦੇ ਜੁਰਮ ਵਿੱਚ ਬੰਦ ਸੀ। ਮਾਂ ਧੀ ਗਲੇ ਲੱਗ ਕੇ ਬਹੁਤ ਦੇਰ ਤੱਕ ਰੋਂਦੀਆਂ ਰਹੀਆਂ। 10 ਮਹੀਨਿਆਂ ਦਾ ਪੁੱਤਰ ਨਿਰਪ੍ਰੀਤ ਦੇ ਨਾਲ ਸੀ, ਪਰ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਦੀ ਮਾਂ ਕਿਸ ਨਾਲ ਗਲੇ ਲੱਗ ਕੇ ਰੋ ਰਹੀ ਹੈ। ਹੁਣ ਬੇਬੀ ਨੇ ਕਿਹਾ, ਪੁੱਤਰ ਇਹ ਤੇਰੀ ਨਾਨੀ ਹੈ। 10 ਮਹੀਨੇ ਦੇ ਬੱਚੇ ਨੂੰ ਤਾਂ ਕੁਝ ਸਮਝ ਹੀ ਨਹੀਂ ਆਇਆ ਸੀ, ਪਰ ਨਿਰਪ੍ਰੀਤ ਨੇ ਨਾਨੀ ਅਤੇ ਦੋਤਰੇ ਦੀ ਮਿਲਣੀ ਕਰਾ ਦਿੱਤੀ ਸੀ। ਨਾਨੀ ਪਹਿਲੀ ਵਾਰ ਆਪਣੇ ਦੋਤਰੇ ਨੂੰ ਵੇਖ ਰਹੀ ਸੀ। ਮਾਂ ਅਤਵਾਦੀਆਂ ਨੂੰ ਪਨਾਹ ਦੇਣ ਦੇ ਜੁਰਮ ਵਿੱਚ ਬੰਦ ਸੀ ਤੇ ਧੀ ਨੂੰ 1 ਦਿਨ ਪਹਿਲਾਂ ਹੀ ਪੰਜਾਬ ਤੋਂ ਦਿੱਲੀ ਲਿਆਇਆ ਗਿਆ ਸੀ। ਨਿਰਪ੍ਰੀਤ ਕੌਰ ਆਪਰੇਸ਼ਨ ਬਲੈਕ ਥੰਡਰ ਵਿੱਚ ਫੜੀ ਗਈ ਸੀ। 1984 ਦੇ ਸਿੱਖ ਕਤਲੇਆਮ ਨੂੰ ਵੇਖ ਕੇ ਗਰਮ ਵਿਚਾਰਧਾਰਾ ਅਪਣਾ ਚੁੱਕੇ ਗੁੰਮਰਾਹ ਨੌਜਵਾਨਾਂ ਨੇ ਇੱਕ ਵਾਰ ਫਿਰ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਮੋਰਚੇ ਜਮਾ ਲਏ ਸੀ, ਜਿਨ੍ਹਾਂ ਨੂੰ ਕੱਢਣ ਲਈ 1988 ਵਿੱਚ ਆਪਰੇਸ਼ਨ ਬਲੈਕ ਥੰਡਰ ਕੀਤਾ ਗਿਆ। 1984 ਵਿੱਚ ਦਿੱਲੀ ਦੇ ਪ੍ਰਸਿੱਧ ਸ੍ਰੀ ਵੈਂਕਟੇਸ਼ਵਰ ਕਾਲਜ ਵੈਂਕੀ ਵਿੱਚ BSc ਦੇ ਦੂਜੇ ਸਾਲ ਵਿੱਚ ਪੜ੍ਹਦੇ ਹੋਏ ਤਾਬੜਤੋੜ ਅੰਗਰੇਜ਼ੀ ਬੋਲਣ ਵਾਲੀ ਭੋਲੀ ਭਾਲੀ ਨਿਰਪ੍ਰੀਤ ਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਉਹ ਇਸ ਤਰ੍ਹਾਂ ਆਪਣੀ ਮਾਂ ਨੂੰ
ਤਿਹਾੜ ਦੇ ਅੰਦਰ ਮਿਲੇਗੀ। 1984 ਦੇ ਸਿੱਖ ਕਤਲੇਆਮ ਵਿੱਚ ਪਿਓ ਨੂੰ ਦੰਗਾਈਆਂ ਦੇ ਹੱਥੋਂ ਤੜਫਦੇ ਹੋਏ ਮਰਦਿਆਂ ਵੇਖ ਉਹ ਬਾਗੀ ਹੋ ਚੁੱਕੀ ਸੀ। ਕਿਵੇਂ ਧੋਖੇ ਨਾਲ ਦੰਗਾਈਆਂ ਨੇ ਉਸ ਦੇ ਪਿਓ ਨੂੰ ਮਾਰਿਆ, ਉਸ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਕਿਵੇਂ ਵਾਰ-ਵਾਰ ਉਹਨਾਂ ਨੂੰ ਜਿੰਦਾ ਸਾੜਿਆ ਗਿਆ। ਇਹ ਨਜ਼ਾਰਾ ਉਸ ਦੀ ਅੱਖਾਂ ਤੋਂ ਪਰੇ ਨਹੀਂ ਹੋ ਸਕਦਾ ਸੀ। ਪਾਲਮ ਦੇ ਰਾਜਨਗਰ ਵਿੱਚ ਪਿਤਾ ਨਿਰਮਲ ਸਿੰਘ, ਮਾਂ ਸੰਪੂਰਨ ਕੌਰ ਤੇ ਦੋ ਭਰਾਵਾਂ ਨਿਰਪਾਲ ਸਿੰਘ ਅਤੇ ਨਿਰਮੋਲਕ ਸਿੰਘ ਦੇ ਨਾਲ ਹੱਸਦਿਆਂ ਖੇਡਦਿਆਂ ਗੁਰਸਿੱਖ ਪਰਿਵਾਰ ਵਿੱਚ ਰਹਿ ਰਹੀ ਨਿਰਪ੍ਰੀਤ ਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਜਿਸ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੋਈ, ਉਸ ਦਿਨ ਪਾਪਾ ਸ਼ਾਮ 4 ਵਜੇ ਹੀ ਘਰ ਆ ਗਏ ਸੀ। ਬਹੁਤ ਪਰੇਸ਼ਾਨ ਹਾਲਤ ਵਿੱਚ ਉਹਨਾਂ ਨੇ ਦੱਸਿਆ ਕਿ ਮੋਤੀ ਬਾਗ ਗੁਰਦੁਆਰੇ ਦੇ ਨੇੜੇ ਸਿੱਖਾਂ ਦੇ ਟੈਕਸੀ ਸਟੈਂਡਾਂ ਨੂੰ ਦੰਗਾਈਆਂ ਨੇ ਅੱਗ ਲਾ ਦਿੱਤੀ ਹੈ। ਜਿਵੇਂ ਤਿਵੇਂ ਉਹ ਆਪਣੀਆਂ ਟੈਕਸੀਆਂ ਬਚਾ ਕੇ ਆਏ ਨੇ, ਜਿਨ੍ਹਾਂ ਨੂੰ ਹੁਣ ਉਹ ਸਵੇਰੇ ਵੇਖਣ ਜਾਣਗੇ। ਪਾਪਾ ਇਸੇ ਮੁਸ਼ਕਲ ਵਿੱਚ ਸੀ ਕਿ ਸ਼ਾਮ ਨੂੰ ਬਲਵਾਨ ਖੋਖਰ, ਜੋ ਕਿ ਉੱਥੋਂ ਦੇ ਉਸ ਵਕਤ ਦੇ ਕਾਉਂਸਲਰ ਸੱਜਣ ਕੁਮਾਰ ਦਾ ਭਾਂਜਾ ਸੀ ਤੇ ਤੇਲ ਦੇ ਡੀਪੂ ਦਾ ਮਾਲਕ ਸੀ, ਪਾਪਾ ਕੋਲ ਆਇਆ ਤੇ ਕਹਿਣ ਲੱਗਾ, ਸਰਦਾਰ ਜੀ ਮੇਰੇ ਭਰਾ ਨੂੰ ਟੈਕਸੀ ਚਲਾਉਣ ਵਿੱਚ ਲਗਾ ਦਿਓ। ਪਾਪਾ ਨੇ ਇਸ ਬੇਵਕਤ ਦੀ ਸਿਫਾਰਿਸ਼ ਉੱਤੇ ਕਿਹਾ, ਜਿਵੇਂ ਹੀ ਕੋਈ ਗੱਡੀ ਖਾਲੀ ਹੋਵੇਗੀ ਦੱਸ ਦੇਵਾਂਗਾ। ਹੁਣ ਪਾਪਾ ਨੇ ਉਸ ਨਾਲ ਦਿੱਲੀ ਵਿੱਚ ਖਰਾਬ ਹੋ ਰਹੇ ਮਾਹੌਲ ਦੀ ਗੱਲ ਛੇੜ ਦਿੱਤੀ। ਚਾਹ ਲੈ ਕੇ ਆਈ ਨਿਰਪ੍ਰੀਤ ਨੇ ਬਲਵਾਨ ਖੋਖਰ ਨੂੰ ਇਹ ਕਹਿੰਦਿਆਂ ਸੁਣਿਆ ਕਿ ਸਰਦਾਰ ਜੀ ਚਿੰਤਾ ਨਾ ਕਰੋ, ਮੇਰਾ ਮਾਮਾ ਇੱਥੋਂ ਦਾ ਕਾਉਂਸਲਰ ਹੈ, ਕਿਧਰੇ ਨਾ ਜਾਓ, ਤੁਹਾਨੂੰ ਇੱਥੇ ਹੀ ਕੁਝ ਨਹੀਂ ਹੋਣ ਦੇਵੇਗਾ। ਬਾਅਦ ਵਿੱਚ ਸਮਝ ਆਇਆ ਕਿ ਉਹ ਤਾਂ ਘਰ ਦੇ ਅੰਦਰ ਦਾ ਭੇਤ ਹਾਸਲ ਕਰਨ ਆਇਆ ਸੀ ਕਿ ਘਰ ਵਿੱਚ ਕਿੰਨੇ ਲੋਕ ਹਨ। ਰਾਜਨਗਰ ਵਿੱਚ ਸਿੱਖਾਂ ਦੇ 250-300 ਪਰਿਵਾਰ ਸੀ ਤੇ ਨਿਰਪ੍ਰੀਤ ਦੀ ਤਾਂ ਪੂਰੀ ਗਲੀ ਹੀ ਸਿੱਖਾਂ ਦੀ ਸੀ। ਸਵੇਰੇ 1:30 ਵਜੇ ਉੱਠ ਕੇ ਵਾਹਿਗੁਰੂ ਦੇ ਸਿਮਰਨ ਤੇ ਨਿਤਨੇਮ ਵਿੱਚ ਲੱਗਣ ਵਾਲੇ ਨਿਰਮਲ ਸਿੰਘ 1 ਨਵੰਬਰ 1984 ਨੂੰ ਵੀ ਵੇਲੇ ਸਿਰ ਉੱਠ ਗਏ। ਨਿਤਨੇਮ ਕਰਨ ਤੋਂ ਬਾਅਦ ਗੁਰਦੁਆਰੇ ਚਲੇ ਗਏ ਤੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰਾ ਦਿੱਤਾ। ਤਦੇ ਵੇਖਿਆ ਕਿ ਗੁਰਦੁਆਰੇ ਦੇ ਬਾਹਰ ਇੱਕ ਪੁਲਿਸ ਵਾਲਾ ਖੜਾ ਹੈ। ਪੁੱਛਿਆ ਤਾਂ ਕਹਿਣ ਲੱਗਾ ਕਿ ਮਾਹੌਲ ਖਰਾਬ ਹੈ, ਇਸ ਲਈ ਹਿਫਾਜ਼ਤ ਲਈ ਆਇਆ ਹਾਂ। ਸੰਗਤ ਆਉਣ ਲੱਗੀ ਤਾਂ ਪੁਲਿਸ ਵਾਲਾ ਗਾਇਬ ਹੋ ਗਿਆ। ਸਾਰਿਆਂ ਨੂੰ ਖਟਕਿਆ ਕਿ ਕੁਝ ਗੜਬੜ ਹੈ। ਘਰ ਪਹੁੰਚੇ ਹੀ ਸੀ ਕਿ ਭੀੜ ਨੇ ਗੁਰਦੁਆਰੇ ਉੱਤੇ ਹਮਲਾ ਕਰ ਦਿੱਤਾ। ਸ਼ਾਇਦ ਪੁਲਿਸ ਵਾਲੇ ਗੁਰਦੁਆਰੇ ਤੇ ਹਮਲੇ ਤੋਂ ਪਹਿਲਾਂ ਹਾਲਾਤ ਦਾ ਅੰਦਾਜ਼ਾ ਲੈਣ ਆਏ ਸੀ। ਹੁਣ ਇਹ ਡਰ ਸਤਾਉਣ ਲੱਗਾ ਕਿ ਕਿਧਰੇ ਭੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਕਰ ਦੇਵੇ। ਪਿਤਾ ਜੀ ਦੇ ਕਹਿਣ ਤੇ ਨਿਰਪ੍ਰੀਤ ਆਪਣੇ ਛੋਟੇ ਭਰਾ ਨਿਰਪਾਲ ਸਿੰਘ ਨਾਲ ਫੌਰਨ ਪਿੱਛੇ ਤੋਂ ਗੁਰਦੁਆਰੇ ਪਹੁੰਚ ਗਈ। ਦੋਵਾਂ ਨੇ ਗੁਰੂ ਸਾਹਿਬ ਦੇ ਪਾਵਨ ਸਰੂਪ ਨੂੰ ਸਿਰ ਤੇ ਰੱਖਿਆ ਤੇ ਘਰ ਦੇ ਵੱਲ ਭੱਜੇ, ਪਰ ਹਜੂਮ ਨੇ ਵੇਖ ਲਿਆ ਸੀ। ਭੀੜ ਮਾਰਨ ਲਈ ਭੱਜੀ। ਨਿਰਪਾਲ ਨੂੰ ਕੁਝ ਡਾਂਗਾਂ ਵੱਜੀਆਂ, ਪਰ ਉਹ ਚੋਟ ਦੇ ਬਾਵਜੂਦ ਬਚ ਨਿਕਲਿਆ। ਹੁਣ ਪਿਤਾ ਜੀ ਬਾਹਰ ਆ ਗਏ ਤੇ ਭੀੜ ਨੂੰ ਕਿਹਾ ਕਿ ਕਿਉਂ ਬੱਚਿਆਂ ਨੂੰ ਮਾਰ ਰਹੇ ਹੋ। ਸਿੱਖ ਇਕੱਠੇ ਹੋਣ ਲੱਗ ਪਏ ਸੀ। ਹੁਣ ਬਲਵਾਨ ਖੋਖਰ ਤੇ ਬੇਕਰੀ ਵਾਲੇ ਮਹਿੰਦਰ ਜਾਦਵ ਨੇ ਭੀੜ ਨੂੰ ਪਿਛਾਂਹ ਕਰਾ ਦਿੱਤਾ, ਪਰ ਭੀੜ ਦੇ ਜਾਂਦਿਆਂ ਜਾਂਦਿਆਂ ਗੁਆਂਢੀ ਹਰਬੰਸ ਸਿੰਘ ਦੇ ਟਰੱਕ ਵਿੱਚ ਅੱਗ ਲਾ ਦਿੱਤੀ। ਭੀੜ ਨਾਲ ਉਲਝਣ ਦੀ ਬਜਾਏ ਸਾਰੇ ਸਿੱਖਾਂ ਨੇ ਮਿਲ ਕੇ ਅੱਗ ਬੁਝਾਈ। ਮਾਹੌਲ ਤੇ ਭੀੜ ਦੀ ਅੱਖਾਂ ਵਿੱਚ ਦਰਿੰਦਗੀ ਦਿਖ ਚੁੱਕੀ ਸੀ। ਫੈਸਲਾ ਕੀਤਾ ਕਿ ਹਾਲਾਤ ਖਰਾਬ ਨੇ, ਇਕੱਠਿਆਂ ਹੋਇਆ ਜਾਏ। ਇਸ ਦੇ ਲਈ ਨਿਰਪ੍ਰੀਤ ਦਾ ਘਰ ਹੀ ਚੁਣਿਆ ਗਿਆ। ਇਹੀ ਕੋਨੇ ਉੱਤੇ ਸੀ ਤੇ ਇੱਥੋਂ ਚਾਰੇ ਪਾਸਿਓਂ ਮੁਕਾਬਲਾ ਕੀਤਾ ਜਾ ਸਕਦਾ ਸੀ। ਹੁਣ 2 ਨਵੰਬਰ ਦੀ ਸਵੇਰੇ ਫਿਰ ਭੀੜ ਨੇ ਹਮਲਾ ਕਰ ਦਿੱਤਾ। ਦੰਗਾਈ ਭੀੜ ਹੁਣ ਵੱਧ ਹਥਿਆਰ, ਵਿਸਫੋਟਕ ਤੇਲ ਤੇ ਰਸਾਇਣਾਂ ਨਾਲ ਲੈਸ ਆਈ ਸੀ, ਪਰ ਇੱਥੇ ਸਿੱਖ ਵੀ ਤਿਆਰ ਸੀ।
ਅਜਿਹੇ ਕਰਾਰੇ ਹੱਥ ਵਿਖਾਏ ਕਿ ਭੀੜ ਤੇ ਭਾਰੀ ਪੈਣ ਲੱਗੇ। ਸਿੱਖਾਂ ਦੇ ਕੋਲ 12-13 ਕਿਰਪਾਨਾਂ ਤਾਂ ਹੈ ਹੀ ਸਨ। ਔਰਤਾਂ ਤੇ ਬੱਚਿਆਂ ਨੇ ਭੀੜ ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਨਿਰਪ੍ਰੀਤ ਦੱਸਦੀ ਹੈ, ਸਾਨੂੰ ਪਤਾ ਸੀ ਕਿ ਇੱਥੋਂ ਨਿਕਲ ਕੇ ਕਿਧਰੇ ਨਹੀਂ ਜਾ ਸਕਦੇ। ਹੁਣ ਜਿੰਨੀ ਦੇਰ ਮੁਕਾਬਲਾ ਹੋ ਸਕੇ ਕਰਨਾ ਸੀ। ਸਿੱਖਾਂ ਨੇ ਕਰਾਰੇ ਹੱਥ ਦਿਖਾਏ ਤਾਂ ਹੁਣ ਬਲਵਾਨ ਖੋਖਰ ਤੇ ਮਹਿੰਦਰ ਯਾਦਵ ਪਿਤਾ ਜੀ ਦੇ ਪੈਰੀਂ ਪੈ ਗਏ ਤੇ ਕਹਿਣ ਲੱਗੇ ਕਿ ਅਸੀਂ ਸਾਰੇ ਭਰਾ ਹਾਂ, ਇਹ ਖੂਨ ਖਰਾਬਾ ਠੀਕ ਨਹੀਂ ਹੈ। ਐਨੇ ਵਿੱਚ ਪੁਲਿਸ ਵੀ ਆ ਗਈ। ਖੋਖਰ ਤੇ ਪੁਲਿਸ ਵਾਲਿਆਂ ਨੇ ਕਿਹਾ, ਚਲੋ ਸਮਝੌਤਾ ਕਰ ਲੈਂਦੇ ਹਾਂ, ਇਸ ਲਈ ਤੁਸੀਂ ਨਾਲ ਆ ਜਾਓ। ਬਾਕੀ ਸਿੱਖਾਂ ਨੇ ਪਿਤਾ ਜੀ ਨੂੰ ਮਨਾ ਕੀਤਾ ਕਿ ਇਹਨਾਂ ਨਾਲ ਨਾ ਜਾਓ, ਪਰ ਉਸਨੇ ਕਿਹਾ ਪੁਲਿਸ ਨਾਲ ਹੈ ਤੇ ਵੈਸੇ ਵੀ ਜੇਕਰ ਗੱਲ ਖਤਮ ਹੁੰਦੀ ਹੈ ਤਾਂ ਉਸ ਨੂੰ ਕੀਤਾ ਜਾਵੇ। ਪਿਤਾ ਜੀ ਨੂੰ ਲੱਗ ਰਿਹਾ ਸੀ ਕਿ ਪੁਲਿਸ ਆ ਗਈ ਹੈ ਤੇ ਹੁਣ ਉਹ ਸਮਝੌਤੇ ਵਿੱਚ ਮੰਗ ਕਰਨਗੇ ਕਿ ਗੁਰਦੁਆਰੇ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਉਹਨਾਂ ਨੂੰ ਕੀ ਪਤਾ ਸੀ ਕਿ ਇਹ ਕਾਇਰ ਤਾਂ ਆਪਣੀ ਕਪਟੀ ਚਾਲ ਚੱਲ ਰਹੇ ਨੇ। ਦੰਗਾਈਆਂ ਨੂੰ ਲੱਗ ਰਿਹਾ ਸੀ ਕਿ ਨਿਰਮਲ ਸਿੰਘ ਦੇ ਘਰ ਤੋਂ ਹੀ ਸਿੱਖ ਮੁਕਾਬਲਾ ਕਰ ਰਹੇ ਨੇ ਤੇ ਇਹ ਸਿੱਖਾਂ ਦਾ ਆਗੂ ਬਣਿਆ ਹੋਇਆ ਹੈ। ਜੇਕਰ ਇਸ ਨੂੰ ਮਾਰ ਦੇਵਾਂਗੇ ਤਾਂ ਬਾਕੀ ਦੇ ਸਿੱਖਾਂ ਦਾ ਹੌਸਲਾ ਟੁੱਟ ਜਾਏਗਾ। ਨਿਰਪ੍ਰੀਤ ਇਹਨਾਂ ਦੇ ਪਿੱਛੇ ਚਲੀ ਗਈ ਤੇ ਕੁੜੀ ਹੋਣ ਦੇ ਕਰਕੇ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਉਸਨੇ ਦੱਸਿਆ ਕਿ ਉਹਨਾਂ ਨੇ ਉੱਥੋਂ ਥੋੜੀ ਦੂਰ ਜਾਂਦਿਆਂ ਹੀ ਪਿਤਾ ਜੀ ਨੂੰ ਭੀੜ ਦੇ ਹਵਾਲੇ ਕਰ ਦਿੱਤਾ ਤੇ ਕਿਹਾ, ਲੋ ਜਿਸ ਸਰਦਾਰ ਨੂੰ ਛੱਡ ਆਏ ਸੀ ਉਸ ਨੂੰ ਲੈ ਆਇਆ ਹਾਂ। ਉਹਨਾਂ ਨੇ ਪਿਤਾ ਜੀ ਨੂੰ ਅੱਗ ਲਾ ਦਿੱਤੀ। ਪਾਪਾ ਥੋੜਾ ਜਲੇ ਪਰ ਫਿਰ ਖੜੇ ਹੋ ਗਏ। ਇਸ ਤੋਂ ਉੱਥੇ ਖੜੇ ਇੰਸਪੈਕਟਰ ਕੌਸ਼ਿਕ ਨੇ ਕਿਹਾ, ਡੁੱਬ ਮਰੋ ਗੁਜਰੋ, ਤੁਹਾਡੇ ਤੋਂ ਇੱਕ ਸਰਦਾਰ ਵੀ ਨਹੀਂ ਜਲਦਾ। ਹੁਣ ਇੱਕ ਵਿਅਕਤੀ ਜਿਸ ਨੂੰ ਈਸ਼ਵਰ ਸ਼ਰਾਬੀ ਕਹਿੰਦੇ ਸੀ, ਉਸਨੇ ਪਿਤਾ ਜੀ ਉੱਤੇ ਪਾਉਣ ਲਈ ਮਿੱਟੀ ਦੇ ਤੇਲ ਦਾ ਭਰਿਆ ਕੈਨ ਦਿੱਤਾ ਤੇ ਮਾਚਿਸ ਇੰਸਪੈਕਟਰ ਕੌਸ਼ਿਕ ਨੇ ਅੱਗ ਲਾਈ ਤਾਂ ਪਾਪਾ ਜੀ ਨੇ ਕੋਲ ਹੀ ਵਗਦੇ ਨਾਲੇ ਵਿੱਚ ਛਾਲ ਮਾਰ ਦਿੱਤੀ। ਪਿਤਾ ਜੀ ਦੀ ਦਸਤਾਰ ਹੁਣ ਖੁੱਲ ਚੁੱਕੀ ਸੀ। ਉਹਨਾਂ ਨੂੰ ਬਾਹਰ ਕੱਢ ਕੇ ਰੱਸੀਆਂ ਨਾਲ ਬੰਨ੍ਹ ਦਿੱਤਾ ਗਿਆ। ਹੁਣ ਨਾਲ ਦੇ ਮਹੱਲੇ ਵਿੱਚ ਰਹਿੰਦੇ ਦੂਆ ਦੀ ਵਹੁਟੀ ਨੇ ਮਿੱਟੀ ਦੇ ਤੇਲ ਦਾ ਕੈਨ ਦਿੱਤਾ। ਨਿਰਪ੍ਰੀਤ ਨੇ ਉਸ ਨੂੰ ਰੋਕਿਆ ਤਾਂ ਕਹਿਣ ਲੱਗੀ ਕਿ ਸਰਦਾਰਾਂ ਨਾਲ ਐਵੇਂ ਹੀ ਹੋਣਾ ਚਾਹੀਦਾ ਹੈ। ਹੁਣ ਪਿਤਾ ਜੀ ਨੂੰ ਫਿਰ ਅੱਗ ਲਾ ਦਿੱਤੀ ਗਈ। ਉਹ ਕਾਫੀ ਸੜ ਗਏ ਪਰ ਫਿਰ ਤੋਂ ਨਾਲੇ ਵਿੱਚ ਛਾਲ ਮਾਰ ਦਿੱਤੀ। ਭੀੜ ਨੂੰ ਲੱਗਾ ਕਿ ਮਰ ਗਏ ਹਨ, ਪਰ ਬੁਰੀ ਤਰ੍ਹਾਂ ਝੁਲਸ ਜਾਣ ਦੇ ਬਾਅਦ ਵੀ ਅਜੇ ਜਾਨ ਬਾਕੀ ਸੀ। ਉਹਨਾਂ ਨੂੰ ਸਾਹ ਲੈਂਦਿਆਂ ਉੱਥੋਂ ਦੇ ਸ਼ਿਵ ਮੰਦਰ ਦੇ ਪੁਜਾਰੀ ਨੇ ਵੇਖ ਲਿਆ ਤੇ ਬੋਲਿਆ, ਇਸ ਨੂੰ ਮਾਰੋ ਨਹੀਂ ਤਾਂ ਬਾਅਦ ਵਿੱਚ ਨਹੀਂ ਛੱਡੇਗਾ। ਹੁਣ ਮਹਿੰਦਰ ਯਾਦਵ ਨੇ ਉਹਨਾਂ ਤੇ ਚਿੱਟਾ ਪਾਊਡਰ ਸੁੱਟਿਆ ਤੇ ਬਲਵਾਨ ਖੋਖਰ ਨੇ ਡਾਂਗਾ ਮਾਰੀਆਂ। ਇਸ ਵਾਰ ਅੱਗ ਲੱਗ ਗਈ ਤਾਂ ਪਿਤਾ ਜੀ ਉੱਠ ਨਹੀਂ ਸਕੇ। ਇਹ ਕਹਿੰਦੇ ਕਹਿੰਦੇ ਨਿਰਪ੍ਰੀਤ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਤੇ ਉਸਨੇ ਦੱਸਿਆ ਕਿ ਪੁਲਿਸ ਨੂੰ ਨਾਲ ਲੈ ਕੇ ਭੀੜ ਨੇ ਉੱਥੇ ਬਹੁਤ ਸਾਰੇ ਸਿੱਖਾਂ ਦਾ ਕਤਲ ਕਰ ਦਿੱਤਾ। ਨਿਰਪ੍ਰੀਤ ਨੇ ਅੱਗੇ ਦੱਸਿਆ, ਉਹ ਤਾਂ ਇੱਕ ਗੁਆਂਢੀ ਏਅਰ ਫੋਰਸ ਵਿੱਚ ਸੀ ਜਿਨ੍ਹਾਂ ਨੇ ਏਅਰ ਫੋਰਸ ਦੀ ਗੱਡੀ ਮੰਗਵਾ ਲਈ। ਮੈਂ ਉਸ ਵਕਤ ਖੁਦ ਦਸਤਾਰ ਸਜਾਇਆ ਕਰਦੀ ਸੀ, ਪਰ ਗੱਡੀ ਵਿੱਚ ਬੈਠਣ ਤੋਂ ਪਹਿਲਾਂ ਮੇਰੀ ਗੁੱਤ ਕਰ ਦਿੱਤੀ ਗਈ। ਇਸ ਨਾਲ ਪਤਾ ਨਹੀਂ ਲੱਗ ਸਕਦਾ ਸੀ ਕਿ ਮੈਂ ਸਿੱਖ ਹਾਂ। ਇਸ ਦੇ ਬਾਅਦ ਨਿਰਪ੍ਰੀਤ ਨੇ ਕਦੇ ਦਸਤਾਰ ਨਹੀਂ ਸਜਾਈ। ਹੁਣ ਉਹ ਏਅਰ ਫੋਰਸ ਦੇ ਕਿਸੇ ਵਿਅਕਤੀ ਦੇ ਘਰ ਪਹੁੰਚ ਚੁੱਕੇ ਸੀ। ਪੂਰੀ ਰਾਤ ਅੱਖਾਂ ਵਿੱਚ ਹੀ ਕੱਟੀ ਕਿ ਸਵੇਰੇ ਹੀ ਦੂਰ ਤੋਂ ਕੀਰਤਨ ਦੀ ਆਵਾਜ਼ ਆਈ। ਨਿਰਪ੍ਰੀਤ ਦੀ ਮਾਂ ਨੇ ਉਸ ਆਵਾਜ਼ ਨੂੰ ਪਛਾਣਦੇ ਹੋਏ ਕਿਹਾ ਕਿ ਇਹ ਤਾਂ ਪਿਤਾ ਜੀ ਦੇ ਕਰੀਬੀ ਰਵੇਲ ਸਿੰਘ ਕੀਰਤਨ ਕਰ ਰਹੇ ਲੱਗਦੇ ਨੇ। ਪੁੱਛਣ ਤੇ ਪਤਾ ਲੱਗਾ ਕਿ ਕੁਝ ਕਿਲੋਮੀਟਰ ਦੀ ਦੂਰੀ ਤੋਂ
ਪਾਲਮ 에ਅਰ ਫੋਰਸ ਸਟੇਸ਼ਨ ਦੇ ਗੁਰਦੁਆਰੇ ਤੋਂ ਇਹ ਆਵਾਜ਼ ਆ ਰਹੀ ਹੈ। ਤਦੋਂ ਉੱਥੇ ਨੇੜੇ ਤੇੜੇ ਸਭ ਉਜਾੜ ਤੇ ਜੰਗਲ ਹੁੰਦਾ ਸੀ। ਇਹ ਗੁਰਦੁਆਰੇ ਪਹੁੰਚੇ ਤਾਂ ਸਰਦਾਰ ਰਵੇਲ ਸਿੰਘ ਤੇ ਵਿੰਗ ਕਮਾਂਡਰ LS ਪੰਨੂ ਮਿਲ ਗਏ। ਇਹਨਾਂ ਨੂੰ ਇਹ ਤਾਂ ਪਤਾ ਸੀ ਕਿ ਲੁੱਟ ਖਸੁੱਟ ਹੋ ਰਹੀ ਹੈ, ਪਰ ਸਿੱਖਾਂ ਨੂੰ ਮਾਰਿਆ ਵੀ ਜਾ ਰਿਹਾ ਹੈ, ਇਹ ਜਾਣਕਾਰੀ ਨਹੀਂ ਸੀ। ਦੂਰਦਰਸ਼ਨ ਜਾਂ ਅਖਬਾਰ ਕੋਈ ਖਬਰ ਨਹੀਂ ਦੇ ਰਿਹਾ ਸੀ। ਇਸ ਤੋਂ ਬਾਅਦ 에ਅਰ ਫੋਰਸ ਨੇ ਗੱਡੀ ਦੇ ਕੇ ਇਹਨਾਂ ਨੂੰ ਘਰ ਦੇ ਹਾਲਾਤ ਜਾਣਨ ਲਈ ਭੇਜਿਆ। ਨਿਰਪ੍ਰੀਤ ਦੱਸਦੀ ਹੈ ਕਿ ਰਾਹ ਵਿੱਚ ਉਸਨੇ ਵੇਖਿਆ ਕਿ ਸੱਜਣ ਕੁਮਾਰ ਪੁਲਿਸ ਦੀ ਜੀਪ ਵਿੱਚ ਹੈ ਤੇ ਲੋਕਾਂ ਨੂੰ ਕਹਿ ਰਿਹਾ ਸੀ, ਇੱਕ ਵੀ ਸਿੱਖ ਨਹੀਂ ਬਚਣਾ ਚਾਹੀਦਾ, ਜੋ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਉਸ ਦਾ ਘਰ ਵੀ ਜਲਾ ਦਿਓ। ਘਰ ਦੇ ਨੇੜੇ ਪਹੁੰਚੀ ਤਾਂ ਨਾਲ ਰਹਿਣ ਵਾਲੀ ਸੋਨੀ ਨੇ ਉਸ ਨੂੰ ਵੇਖ ਲਿਆ। ਉਹ ਘਬਰਾ ਗਿਆ ਤੇ ਕੋਲ ਆ ਕੇ ਕਹਿਣ ਲੱਗਾ, ਬੇਟੀ ਮੈਂ ਤਾਂ ਤੇਰੇ ਪਿਤਾ ਨੂੰ ਬਚਾਉਣਾ ਚਾਹੁੰਦਾ ਸੀ। ਤਦ ਗੁੱਸੇ ਦੀ ਭਰੀ ਨਿਰਪ੍ਰੀਤ ਨੇ ਉਸ ਨੂੰ ਕਿਹਾ, ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਤੇ ਤੁਸੀਂ ਕੀ ਕਰ ਰਹੇ ਸੀ ਇਹ ਵੀ ਪਤਾ ਹੈ। ਸ਼ਾਇਦ ਘਬਰਾਏ ਹੋਏ ਸੋਨੀ ਨੇ ਹੁਣ ਬਲਵਾਨ ਖੋਖਰ ਨੂੰ ਜਾ ਕੇ ਦੱਸ ਦਿੱਤਾ ਕਿ ਨਿਰਮਲ ਦੀ ਬੇਟੀ ਬਚ ਗਈ ਹੈ, ਉਸਨੇ ਸਭ ਕੁਝ ਵੇਖ ਲਿਆ ਹੈ ਤੇ ਹੁਣ ਉਸਨੇ ਪਾਲਮ ਦੇ ਗੁਰਦੁਆਰੇ ਵਿੱਚ ਸ਼ਰਨ ਲਈ ਹੋਈ ਹੈ। ਇਸੇ ਦੌਰਾਨ ਕੋਈ ਵਿਅਕਤੀ ਗੁਰਦੁਆਰੇ ਵਿੱਚ ਸ਼ਰਨ ਲੈ ਰਹੇ ਸਿੱਖਾਂ ਲਈ ਦੁੱਧ ਤੇ ਬਿਸਕੁਟ ਦੇ ਗਿਆ। ਉਹ ਵਿਅਕਤੀ ਨੇ ਜਿਸ ਤਰ੍ਹਾਂ ਦੁੱਧ ਤੇ ਬਿਸਕੁਟ ਰੱਖੇ ਤੇ ਬਿਨਾਂ ਦੱਸਿਆਂ ਚਲਾ ਗਿਆ ਤਾਂ ਉਸ ਨਾਲ ਕੁਝ ਸਿੱਖਾਂ ਨੂੰ ਸ਼ੱਕ ਹੋ ਗਿਆ। ਬਾਅਦ ਵਿੱਚ ਵੇਖਿਆ ਤਾਂ ਪਤਾ ਲੱਗਾ ਕਿ ਉਸ ਵਿੱਚ ਜ਼ਹਿਰ ਮਿਲਿਆ ਹੋਇਆ ਸੀ। ਵਿੰਗ ਕਮਾਂਡਰ ਪੰਨੂ ਨੇ ਉਸ ਵਿਅਕਤੀ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤੇ ਪਿਸਤੌਲ ਕੱਢ ਲਈ, ਪਰ ਉਹ ਗਾਇਬ ਹੋ ਗਿਆ ਸੀ। ਇਸ ਘਟਨਾ ਤੋਂ 2 ਮਹੀਨੇ ਬਾਅਦ ਹੀ ਪਾਲਮ 에ਅਰ ਫੋਰਸ ਸਟੇਸ਼ਨ ਤੇ ਸਵੇਰੇ ਸੈਰ ਕਰ ਰਹੇ ਵਿੰਗ ਕਮਾਂਡਰ ਪੰਨੂ ਤੇ ਟਰੱਕ ਚੜ੍ਹਾ ਕੇ ਦਿੱਤਾ ਗਿਆ ਸੀ। ਨਿਰਪ੍ਰੀਤ ਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਕਤਲ ਸੀ, ਨਾ ਕਿ ਹਾਦਸਾ। ਨਿਰਪ੍ਰੀਤ ਹੁਣ ਬਾਕੀ ਦੰਗਾ ਪੀੜਤਾਂ ਦੇ ਨਾਲ ਮੋਤੀ ਬਾਗ ਗੁਰਦੁਆਰੇ ਲਾਗੇ ਕੈਂਪ ਵਿੱਚ ਆ ਕੇ ਰਹਿਣ ਲੱਗੀ, ਪਰ ਧਮਕੀਆਂ ਮਿਲਣ ਦਾ ਸਿਲਸਿਲਾ ਬੰਦ ਨਹੀਂ ਹੋ ਰਿਹਾ ਸੀ। ਆਖਰ ਪੰਜਾਬ ਚਲੇ ਜਾਣ ਦਾ ਫੈਸਲਾ ਕੀਤਾ ਤੇ ਉੱਥੇ ਪੁੱਜ ਕੇ ਉਸਨੇ ਲਾਇਲਪੁਰ ਖਾਲਸਾ ਕਾਲਜ ਵਿੱਚ ਦਾਖਲਾ ਲੈ ਲਿਆ। ਉਸ ਵਕਤ ਪੰਜਾਬ ਵਿੱਚ ਮਾਹੌਲ ਕਾਫੀ ਭਖਿਆ ਹੋਇਆ ਸੀ। ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸੰਪਰਕ ਵਿੱਚ ਆ ਗਈ ਤੇ 1986 ਵਿੱਚ ਗੁਰਦੇਵ ਸਿੰਘ ਬਨਾਮ ਰੋਸ਼ਨ ਲਾਲ ਬੈਰਾਗੀ ਨਾਲ ਵਿਆਹ ਕਰ ਲਿਆ। ਬੈਰਾਗੀ ਦੀ ਪੁਲਿਸ ਨੂੰ ਅਤਵਾਦ ਦੇ ਕਈ ਮਾਮਲਿਆਂ ਵਿੱਚ ਭਾਲ ਸੀ। ਇਸ ਤੋਂ ਬਾਅਦ ਨਿਰਪ੍ਰੀਤ ਦਿੱਲੀ ਵਿੱਚ ਲੁਕ ਕੇ ਰਹਿਣ ਲੱਗੀ, ਪਰ ਕਿਸੇ ਸਾਥੀ ਨੇ ਬੈਰਾਗੀ ਨੂੰ ਫੜਵਾ ਦਿੱਤਾ। ਹਾਲਾਂਕਿ ਪੁਲਿਸ ਉਸ ਨੂੰ ਅੱਜ ਤੱਕ ਫਰਾਰ ਦੱਸਦੀ ਹੈ, ਪਰ ਨਿਰਪ੍ਰੀਤ ਦੇ ਮੁਤਾਬਕ ਉਸ ਦਾ ਇਨਕਾਊਂਟਰ ਕਰ ਦਿੱਤਾ ਗਿਆ ਸੀ। ਪੁਲਿਸ ਨਿਰਪ੍ਰੀਤ ਨੂੰ ਵੀ ਫੜਨਾ ਚਾਹੁੰਦੀ ਸੀ, ਪਰ ਹਿਮਾਇਤੀ ਲੋਕਾਂ ਨੇ ਉਸ ਨੂੰ ਫਰਾਰ ਹੋਣ ਦੀ ਸਲਾਹ ਦਿੱਤੀ। ਉਹ ਇੱਥੋਂ ਭੱਜ ਕੇ ਮੁੜ ਪੰਜਾਬ ਚਲੀ ਗਈ। ਪੁਲਿਸ ਮਾਂ ਸੰਪੂਰਨ ਕੌਰ ਤੇ ਇੱਕ ਗਵਾਂਢਣ ਲਾਜਵੰਤੀ ਕੌਰ ਨੂੰ ਫੜ ਕੇ ਲੈ ਗਈ। ਇਹਨਾਂ ਉੱਤੇ ਅਤਵਾਦੀਆਂ ਨੂੰ ਸ਼ਰਨ ਦੇਣ ਦਾ ਦੋਸ਼ ਲਾਇਆ ਗਿਆ ਸੀ। ਮਾਂ 3 ਸਾਲ ਤੱਕ ਜੇਲ੍ਹ ਵਿੱਚ ਬੰਦ ਰਹੀ। ਇਸ ਸਮੇਂ ਦੌਰਾਨ ਨਿਰਪ੍ਰੀਤ ਪੰਜਾਬ ਵਿੱਚ ਫਿਰ ਤੋਂ ਫੈਡਰੇਸ਼ਨ ਨਾਲ ਜੁੜ ਚੁੱਕੀ ਸੀ। ਆਪਰੇਸ਼ਨ ਬਲੈਕ ਥੰਡਰ ਵਿੱਚ 15 ਮਈ 1988 ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਵਕਤ 10 ਮਹੀਨਿਆਂ ਦਾ ਬੱਚਾ ਗੋਦੀ ਵਿੱਚ ਸੀ। ਉਸ ਨੂੰ ਦਿੱਲੀ ਲਿਆਇਆ ਗਿਆ ਤਾਂ ਤਦ ਮਾਂ ਨੂੰ ਜੇਲ੍ਹ ਵਿੱਚ ਮਿਲਣ ਦਾ ਸੰਜੋਗ ਬਣਿਆ। ਜੇਲ੍ਹ ਦੇ ਵੱਡੇ ਅਫਸਰਾਂ ਨੇ ਤਾਂ ਮਾਵਾਂ ਧੀਆਂ ਨੂੰ ਮਿਲਾਉਣ ਤੋਂ ਮਨਾ ਕਰ ਦਿੱਤਾ ਸੀ, ਪਰ ਕੈਦੀਆਂ ਦੀ ਇੰਚਾਰਜ ਇੱਕ ਅਨੀਤਾ ਨਾਮ ਦੀ ਔਰਤ ਸੀ, ਜਿਸ ਤੋਂ ਰਿਹਾ ਨਹੀਂ ਗਿਆ ਤੇ ਉਸਨੇ ਦੋਵਾਂ ਨੂੰ ਮਿਲਵਾ ਦਿੱਤਾ। ਲੰਮੇ ਸਮੇਂ ਬਾਅਦ ਮਾਂ ਦੀ ਆਵਾਜ਼ ਸੁਣ ਗੁੰਮਸੁੰਮ ਹੋਈ ਨਿਰਪ੍ਰੀਤ
ਅੱਜ ਮਾਂ ਤੋਂ ਦੂਰ ਨਹੀਂ ਹੋਣਾ ਚਾਹੁੰਦੀ ਸੀ। ਨਿਰਪ੍ਰੀਤ ਕਾਲੇ ਕਾਨੂੰਨ ਟਾਡਾ ਦੇ ਅਧੀਨ ਬੰਦ ਹੋਏ ਸੀ, ਪਰ ਅੱਜ ਬਾਅਦ ਵਿੱਚ ਜ਼ਮਾਨਤ ਲਈ ਮਾਂ ਦੀ ਅਰਜ਼ੀ ਗਈ ਤੇ ਜੱਜ ਸਾਹਿਬ ਨੇ ਮਨਜ਼ੂਰ ਕਰ ਲਈ ਤਾਂ ਵਕੀਲ RS ਸੋਢੀ ਨੇ ਕਿਹਾ ਕਿ ਇਹਨਾਂ ਦੀ ਧੀ ਤੇ ਦੋਹਤਰਾ ਵੀ ਜੇਲ੍ਹ ਵਿੱਚ ਬੰਦ ਹੈ, ਉਹਨਾਂ ਲਈ ਵੀ ਆਰਡਰ ਕਰ ਦੇਵੋ। ਪਤਾ ਨਹੀਂ ਜੱਜ ਸਾਹਿਬ ਦੇ ਦਿਲ ਵਿੱਚ ਕੀ ਆਇਆ ਕਿ ਇਹਨਾਂ ਨੂੰ ਵੀ ਜ਼ਮਾਨਤ ਦੇਣ ਦਾ ਆਰਡਰ ਪਾਸ ਕਰ ਦਿੱਤਾ, ਪਰ ਅਜੇ ਪੰਜਾਬ ਦੇ ਮਾਮਲੇ ਬਾਕੀ ਸੀ। ਇਸ ਲਈ ਨਿਰਪ੍ਰੀਤ ਨੂੰ ਪੰਜਾਬ ਲੈ ਗਏ। ਇੱਥੋਂ ਵੀ ਜਦ ਜ਼ਮਾਨਤ ਹੋਈ ਤਾਂ ਨਿਰਪ੍ਰੀਤ ਨੇ ਪੁੱਤਰ ਨੂੰ ਸੋਲਨ ਦੇ ਨੇੜੇ ਬੜੂ ਸਾਹਿਬ ਅਕੈਡਮੀ ਵਿੱਚ ਪੜ੍ਹਨ ਲਈ ਪਾ ਦਿੱਤਾ। ਇੱਥੇ ਰਹਿਣ ਲਈ ਹੋਸਟਲ ਵੀ ਹੈ। ਹੁਣ 1991 ਦੀਆਂ ਲੋਕ ਸਭਾ ਚੋਣਾਂ ਸਨ ਤਾਂ ਦਿੱਲੀ ਦੇ ਕੁਝ ਆਰੋਪੀ ਨੇਤਾਵਾਂ ਤੇ ਫਾਇਰਿੰਗ ਦੀਆਂ ਘਟਨਾਵਾਂ ਹੋਈਆਂ। ਪੁਲਿਸ ਨੇ ਨਿਰਪ੍ਰੀਤ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਉਹ ਪੁੱਤਰ ਨੂੰ ਅਕੈਡਮੀ ਵਿੱਚ ਮਿਲ ਕੇ ਪਰਤ ਰਹੀ ਸੀ ਤਾਂ ਰਾਹ ਵਿੱਚ ਹੀ ਚੰਡੀਗੜ੍ਹ ਪੁਲਿਸ ਨੇ ਫੜ ਲਿਆ। ਉਹ ਦੱਸਦੀ ਹੈ, ਪੁਲਿਸ ਨੇ 1 ਹਫ਼ਤੇ ਤੱਕ ਟਾਰਚਰ ਕੀਤਾ ਤੇ ਜਦ ਮਰਨ ਕੰਢੇ ਪੁੱਜ ਗਈ ਤਾਂ ਛੱਡਿਆ। ਮੈਨੂੰ ਦਿੱਲੀ ਭੇਜ ਦਿੱਤਾ ਗਿਆ, ਪਰ ਮੇਰੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਫਿਰ ਕਿਸੇ ਜਾਣ ਪਛਾਣ ਵਾਲੇ ਦੀ ਗੱਡੀ ਵਿੱਚ ਪੰਜਾਬ ਭਿਜਵਾ ਦਿੱਤਾ ਗਿਆ ਤਾਂ ਕਿ ਇਲਾਜ ਕਰਵਾ ਸਕਾਂ। ਪਰ 13 ਫਰਵਰੀ 1993 ਨੂੰ ਪੁਲਿਸ ਨੇ ਫਿਰ ਫੜ ਕੇ ਬੰਦ ਕਰ ਦਿੱਤਾ। ਹਾਲਾਂਕਿ ਮੇਰੇ ਖਿਲਾਫ ਕੋਈ ਮਾਮਲਾ ਨਹੀਂ ਸੀ। ਸ਼ੁਕਰ ਹੋਵੇ 16 ਫਰਵਰੀ 1993 ਵਿੱਚ ਜਨਸਤਾ ਅਖਬਾਰ ਵਿੱਚ ਛਪੀ ਉਸ ਖਬਰ ਦਾ, ਜਿਸ ਵਿੱਚ ਕਿਹਾ ਗਿਆ ਸੀ ਕਿ ਪੁਲਿਸ ਨੇ ਇੱਕ ਸਿੱਖ ਕੁੜੀ ਨੂੰ ਫੜਿਆ ਹੋਇਆ ਹੈ ਪਰ ਅਦਾਲਤ ਵਿੱਚ ਪੇਸ਼ ਨਹੀਂ ਕਰ ਰਹੀ। ਫਿਰ ਮੈਨੂੰ ਅਦਾਲਤ ਵਿੱਚ ਪੇਸ਼ ਕੀਤਾ, ਨਹੀਂ ਤਾਂ ਮੇਰਾ ਐਨਕਾਊਂਟਰ ਕਰਨ ਦੀ ਪੂਰੀ ਤਿਆਰੀ ਸੀ। ਮੇਰਾ ਨਾਲ ਇੰਨਾ ਟਾਰਚਰ ਹੋਇਆ ਕਿ ਸ਼ਾਇਦ ਕੋਈ ਹੋਰ ਔਰਤ ਹੁੰਦੀ ਤਾਂ ਖੁਦਕੁਸ਼ੀ ਹੀ ਕਰ ਲੈਂਦੀ। ਮੈਨੂੰ ਪੁੱਠਾ ਟੰਗ ਦਿੱਤਾ ਜਾਂਦਾ। ਇੱਕ ਵਾਰ ਤਾਂ ਰੱਸੀ ਟੁੱਟ ਗਈ ਤੇ ਮੂੰਹ ਦੇ ਭਾਰ ਡਿੱਗਣ ਨਾਲ ਮੇਰੇ ਦੰਦ ਹੀ ਟੁੱਟ ਗਏ। ਪੈਰਾਂ ਉੱਤੇ ਰੋਲਰ ਚਲਾਇਆ ਜਾਂਦਾ ਤੇ ਪੁਲਿਸ ਵਾਲੇ ਉਸ ਤੇ ਖੜੇ ਹੋ ਜਾਂਦੇ, ਮੇਰੇ ਕੇਸਾਂ ਨਾਲ ਲਟਕ ਜਾਂਦੇ ਸੀ। ਇਸ ਲਈ ਮੈਂ ਕੇਸ ਹਲਕੇ ਕਰਨ ਦੀ ਦਵਾਈ ਲਾਈ ਤੇ ਕੇਸ ਘੱਟ ਹੋ ਗਏ। ਇੱਥੇ ਦੌਰਾਨ ਕਾਂਗਰਸ ਯੂਥ ਦੇ ਪ੍ਰਧਾਨ ਮਨਜਿੰਦਰ ਸਿੰਘ ਬਿੱਟਾ ਉੱਤੇ ਅਤਵਾਦੀ ਹਮਲਾ ਹੋ ਗਿਆ ਤਾਂ ਜੇਲ੍ਹ ਵਿੱਚ ਬੰਦ ਨਿਰਪ੍ਰੀਤ ਤੋਂ ਉੱਥੇ ਹੀ ਪੁੱਛਗਿੱਛ ਸ਼ੁਰੂ ਹੋ ਗਈ। ਬਿਜਲੀ ਦੇ ਕਰੰਟ ਤੋਂ ਲੈ ਕੇ ਕੀ ਕੀਤਾ ਉਹ ਬਿਆਨ ਨਹੀਂ ਕਰ ਸਕਦੀ ਸੀ। ਆਖਰ ਦੱਸਣ ਦੀ ਵੀ ਇੱਕ ਹੱਦ ਹੁੰਦੀ ਹੈ। ਉਹ ਜੇਲ੍ਹ ਵਿੱਚ ਬੰਦ ਰਹੀ, ਪਰ ਜਦੋਂ ਪੁਲਿਸ ਕੋਈ ਮਾਮਲਾ ਸਾਬਤ ਨਾ ਕਰ ਸਕੀ ਤਾਂ 1996 ਵਿੱਚ ਅਦਾਲਤ ਨੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ। ਹੁਣ ਘਰ ਵਾਲਿਆਂ ਨੇ ਮੁੜ ਜ਼ਿੰਦਗੀ ਸ਼ੁਰੂ ਕਰਨ ਲਈ ਕਿਹਾ ਤੇ 1997 ਵਿੱਚ ਦੂਜਾ ਵਿਆਹ ਹੋ ਗਿਆ। ਪਰ ਸ਼ਾਇਦ ਕਿਸਮਤ ਵਿੱਚ ਸੁੱਖ ਸੀ ਹੀ ਨਹੀਂ। ਪਤਾ ਲੱਗਾ ਕਿ ਜਿਸ ਨਾਲ ਵਿਆਹ ਹੋਇਆ ਸੀ ਉਸ ਦੀ ਪਹਿਲਾਂ ਵੀ ਇੱਕ ਪਤਨੀ ਸੀ, ਉਹ ਵੀ ਦੁਨੀਆ ਤੋਂ ਚਲਾ ਗਿਆ। ਨਿਰਪ੍ਰੀਤ ਨੂੰ ਇਸ ਤੋਂ ਵੀ ਇੱਕ ਪੁੱਤਰ ਹੋਇਆ। ਨਿਰਪ੍ਰੀਤ ਦੱਸਦੀ ਹੈ ਕਿ ਇਲਜ਼ਾਮਾਂ ਤੋਂ ਬਰੀ ਹੋਣ ਦੇ ਬਾਵਜੂਦ ਵੀ ਪੁਲਿਸ ਤੰਗ ਕਰਦੀ ਹੀ ਰਹਿੰਦੀ ਹੈ। ਹਾਂ, ਪਿਛਲੇ 1 ਸਾਲ ਤੋਂ ਨਹੀਂ ਆਈ ਹੈ। ਨਿਰਪ੍ਰੀਤ ਕਹਿੰਦੀ ਹੈ, ਮੈਂ ਕਦੇ ਨਹੀਂ ਸੋਚਿਆ ਸੀ ਕਿ ਇਸ ਰਾਹ ਤੇ ਜਾਣਾ ਹੋਵੇਗਾ। ਹੁਣ ਦੋਸ਼ੀਆਂ ਨੂੰ ਅਦਾਲਤ ਦੇ ਰਸਤੇ ਸਜ਼ਾ ਦਿਵਾਉਣਾ ਚਾਹੁੰਦੀ ਹਾਂ। 1984 ਦੇ 4 ਪੀੜਤਾਂ ਦੇ ਕੇਸ ਤਾਂ ਉਹ ਖੁਦ ਲੜ ਰਹੀ ਹੈ, ਕਿਉਂਕਿ ਗਰੀਬ ਪੀੜਤਾਂ ਕੋਲ ਵਕੀਲ ਨੂੰ ਦੇਣ ਲਈ ਪੈਸੇ ਨਹੀਂ ਹਨ। ਜੋ ਗਵਾਹ ਡਰ ਦੇ ਮਾਰੇ ਸਾਹਮਣੇ ਨਹੀਂ ਆਉਣ ਚਾਹੁੰਦੇ, ਉਹਨਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹਾਂ।
ਪੁਲਬਗੰਗਸ ਵਿੱਚ ਮਾਰੇ ਗਏ ਬਾਦਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਨੇ ਇੱਕ ਮਾਮਲੇ ਵਿੱਚ ਗਵਾਹੀ ਦੇ ਲਈ ਸ਼ਾਮਲ ਹੋਣ ਦੀ ਗੱਲ ਮੰਨ ਲਈ ਹੈ। ਮੈਂ ਇਹ ਰਾਹ ਮਜਬੂਰੀ ਵਿੱਚ ਚੁਣਿਆ ਤੇ ਉਸ ਦੀ ਸਜ਼ਾ ਵੀ ਭੁਗਤੀ ਹੈ, ਪਰ ਜਿਨ੍ਹਾਂ ਨੇ ਮੇਰੇ ਪਿਓ ਨੂੰ ਮਾਰਿਆ ਉਹ ਅੱਜ ਖੁੱਲੇ ਕਿਉਂ ਘੁੰਮ ਰਹੇ ਹਨ? ਕੀ ਇਹੀ ਨਿਆਂ ਹੈ? ਕੀ ਕਦੇ ਆਪਣੇ ਪੁੱਤਰ ਨਾਲ ਆਪਣੀ ਹੱਡਬੀਤੀ ਸਾਂਝੀ ਕੀਤੀ ਹੈ? ਨਿਰਪ੍ਰੀਤ ਕਹਿੰਦੀ ਹੈ, ਉਸ ਨੂੰ ਪਤਾ ਹੈ, ਜਦੋਂ ਮੈਂ ਜੇਲ੍ਹ ਵਿੱਚ ਬੰਦ ਸੀ ਤਾਂ ਘਰ ਵਿੱਚ ਗੱਲਾਂ ਹੁੰਦੀਆਂ ਸਨ ਕਿ ਨਿਰਪ੍ਰੀਤ ਨੂੰ ਜੇਲ੍ਹ ਵਿੱਚੋਂ ਕੱਢਣਾ ਹੈ। ਉਹ ਨਾਨੀ ਨੂੰ ਕਹਿੰਦਾ ਸੀ ਕਿ ਮਾਂ ਨੂੰ ਬਾਹਰ ਲਿਆਓ, ਤਾਂ ਨਾਨੀ ਨੇ ਕਹਿ ਦਿੱਤਾ ਕਿ ਪੁੱਤਰ, ਉਸ ਨੂੰ ਛਡਾਉਣ ਲਈ ਬਹੁਤ ਪੈਸਾ ਚਾਹੀਦਾ ਹੈ। ਸੰਜੋਗ ਨਾਲ ਮੇਰੇ ਭਰਾ ਨੇ ਟਰੱਕ ਖਰੀਦਣ ਲਈ ਪੈਸੇ ਇਕੱਠੇ ਕੀਤੇ ਸੀ, ਜੋ ਉਸਨੇ ਵੇਖ ਲਏ। ਉਸਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਕਿ ਮਾਂ ਨੂੰ ਨਹੀਂ ਛਡਾਉਂਦੇ, ਪਰ ਮਾਮੇ ਨੂੰ ਟਰੱਕ ਲੈ ਕੇ ਦੇ ਰਹੇ ਹਨ। ਜ਼ਿਆਦਾ ਦੁੱਖ ਤਾਂ ਹੁੰਦਾ ਹੈ ਜਦੋਂ ਪੁੱਤਰ ਮੇਰੀ ਜ਼ਿੰਦਗੀ ਨੂੰ ਵੇਖਣ ਦੇ ਬਾਅਦ ਕਹਿੰਦਾ ਹੈ ਕਿ ਅਸੀਂ ਸਿੱਖਾਂ ਦੇ ਘਰਾਂ ਵਿੱਚ ਪੈਦਾ ਹੀ ਕਿਉਂ ਹੋਏ। ਉਸਨੇ 12ਵੀਂ ਪਾਸ ਕਰ ਲਈ ਹੈ ਤੇ ਹੁਣ ਹਮੇਸ਼ਾ ਕਹਿੰਦਾ ਰਹਿੰਦਾ ਹੈ ਕਿ ਦੇਸ਼ ਛੱਡ ਕੇ ਪਰਦੇਸ ਜਾ ਕੇ ਵਸਣਾ ਚਾਹੁੰਦਾ ਹਾਂ। ਪੁਸਤਕ 1984 ਸਿੱਖ ਕਤਲੇਆਮ ਦਾ ਸੱਚ, ਭਾਗ 10ਵਾਂ। ਲੇਖਕ ਜਰਨੈਲ ਸਿੰਘ, ਪੱਤਰਕਾਰ, ਦਿੱਲੀ। ਆਵਾਜ਼ ਸੰਦੀਪ ਸਿੰਘ ਖਾਲੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।